ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਲਖਤੇ ਜਿਗਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ, ਮਹਾਨ ਸੂਰਬੀਰ ਸ਼ਹੀਦਾਂ ਦੀ ਯਾਦ ਮਨਾ ਰਹੇ। ਦੁਨੀਆ ਦੇ ਇਤਿਹਾਸ ਵਿੱਚ ਇਹਨਾਂ ਵਰਗਾ ਕੋਈ ਸ਼ਹੀਦ ਨਹੀਂ ਹੋਇਆ। ਹਿੰਦੀ ਦੇ ਵਿੱਚ ਮਹਾਨ ਵਿਦਵਾਨ ਮੈਥਿਲੀ ਸ਼ਰਨ ਗੁਪਤ ਬੜੀ ਸੋਹਣੀ ਕਵਿਤਾ ਲਿਖਦੇ ਹਨ। ਉਹ ਕਹਿੰਦੇ ਹਨ, ਜਿਸ ਕੁਲ ਜਾਤੀ ਦੇਸ਼ ਕੇ ਬੱਚੇ, जिस कुल दे, जिस जाति दे, जिस देश दे, जिस कुल जात देश के बच्चे दे सकते हैं यूं बलिदान, उसका वर्तमान कुछ भी हो, क्योंकि जरूरी नहीं किसी कौम दा वर्तमान चंगा होवे। वो समा याद करिए ਜਦੋਂ ਸਰਸਾ ਨਦੀ ਤੇ ਵਿਛੋੜਾ ਪਿਆ ਸੀ। ਉਹ ਸਮਾਂ ਯਾਦ ਕਰੀਏ ਜਦੋਂ ਚਮਕੌਰ ਦੇ ਜੰਗ ਵਿੱਚ ਅੱਖਾਂ ਦੇ ਸਾਹਮਣੇ ਆਪਣੇ ਪੁੱਤਰਾਂ ਦੇ ਸੀਨੇ ਵਿੱਚ ਵੱਜਦੀਆਂ ਗੋਲੀਆਂ ਵੇਖੀਆਂ ਸਨ। ਉਹ ਸਮਾਂ ਯਾਦ ਕਰੀਏ ਜਦੋਂ ਮਾਛੀਵਾੜੇ ਦੇ ਜੰਗਲਾਂ ਵਿੱਚ ਸੱਚੇ ਪਾਤਸ਼ਾਹ ਨੰਗੇ ਪੈਰੀ ਜਾਮਾ ਲੀਰੋ ਲੀਰ ਹੋਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਇਹ ਗਾ ਰਹੇ ਸਨ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਵਰਤਮਾਨ ਕੁਛ ਵੀ ਸੀ, ਮੈਥਿਲੀ ਸ਼ਰਨ ਕਹਿੰਦਾ, ਪਰ ਭਵਿੱਖ ਹੈ ਮਹਾ ਮਹਾਨ। ਉਹਦਾ ਆਉਣ ਵਾਲਾ ਸਮਾਂ, ਉਸ ਕੌਮ ਦਾ ਫਿਊਚਰ ਜਿਹੜਾ ਹੈ ਉਹ ਮਹਾਨ ਹੋਵੇਗਾ। ਵਰਤਮਾਨ ਭਾਵੇਂ ਕਿੰਨੀਆਂ ਕਠਿਨਾਈਆਂ ਵਾਲਾ ਹੋਵੇ, ਉਹ ਸਮਾਂ ਵਰਤਮਾਨ ਵਿੱਚ ਜਦੋਂ ਵਰਤਿਆ ਸੀ ਵਾਕਿਆ ਹੀ ਕਠਿਨ ਸੀ, ਪਰ ਅੱਜ ਉਹ ਸਮੇਂ ਦੇ ਸਦਕੇ ਅਸੀਂ ਸਰਦਾਰ ਕਹਾਉਂਦੇ ਹਾਂ। ਉਸ ਸਮੇਂ ਦੇ ਸਦਕਾ, ਉਸ ਕੁਰਬਾਨੀ ਦੇ ਸਦਕਾ ਅੱਜ ਸਾਡੇ ਸਿਰਾਂ ਤੇ ਦਸਤਾਰਾਂ ਸੋਭਦੀਆਂ ਹਨ। ਸਾਡਾ 300 ਸਾਲ ਦਾ ਜੋ ਖਾਲਸੇ ਦਾ ਸੂਰਬੀਰਾਂ ਵਾਲਾ ਇਤਿਹਾਸ, ਗੁਰੂ ਨਾਨਕ ਸਾਹਿਬ ਤੋਂ ਲੈ ਕੇ 500 ਸਾਲ ਤੱਕ ਦਾ ਆਰਥਿਕ, ਧਾਰਮਿਕ, ਰਾਜਨੀਤਿਕ, ਸੱਭਿਆਚਾਰਕ ਜਿੰਨਾ ਵਿਰਸਾ ਹੈ, ਉਹਨਾਂ ਸ਼ਹੀਦੀਆਂ ਦੇ ਕਰਕੇ ਕਾਇਮ ਹੈ। ਅੱਜ ਦਾ ਜੋ ਹਾਲਾਤ ਹੈ, ਖਾਲਸਾ ਜੀ ਦਾਸ ਨੂੰ ਹੁਕਮ ਹੋਇਆ ਸੀ ਕਿ ਕੁਝ ਸਮਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਉੱਤੇ ਵਿਚਾਰ ਕਰਨੀ, ਕਿਉਂਕਿ ਕਿਸੇ ਮਹਾਨ ਪੁਰਸ਼ ਦੀ ਅੰਤਮ ਨਿਸ਼ਾਨੀ ਉਸ ਦੇ ਵਿਚਾਰ ਹੁੰਦੇ ਹਨ। ਜਦੋਂ ਕਿਸੇ ਕੌਮ ਦੇ ਕੋਲ ਕਿਸੇ ਮਹਾਤਮਾ ਦੇ, ਕਿਸੇ ਮਹਾਂਪੁਰਸ਼ ਦੇ ਵਿਚਾਰ ਹੋਣ, ਉਹ ਕੌਮ ਜਿਉਂਦੀ ਹੈ, ਉਹਦੇ ਤੋਂ ਮਾਰਗ ਦਰਸ਼ਨ ਲੈਂਦੀ ਹੈ, ਸੇਧ ਲੈਂਦੀ ਹੈ। ਜੇ ਕਿਸੇ ਮਹਾਨ ਪੁਰਸ਼ ਦੇ ਵਿਚਾਰ ਅਲੋਪ ਕਰ ਦਿੱਤੇ ਜਾਣ ਤੇ ਉਸ ਮਹਾਨ ਪੁਰਸ਼ ਦਾ ਅਸਤਿਤਵ ਵੀ ਖਤਮ ਹੋ ਜਾਇਆ ਕਰਦਾ ਹੈ। ਸਾਡੇ ਸਤਿਗੁਰਾਂ ਦੀ ਬਾਣੀ ਹੀ ਸਤਿਗੁਰਾਂ ਦਾ ਅਸਤਿਤਵ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਗੱਲ ਬੜੀ ਸੋਹਣੀ ਲਿਖੀ ਹੈ। ਉਹਨਾਂ ਦੇ ਕੋਲ ਬੰਗਾਲ ਦੇ ਮਹਾਨ ਵਿਦਵਾਨ ਰਵਿੰਦਰਨਾਥ ਟੈਗੋਰ ਆਇਆ ਕਰਦੇ ਸੀ। ਰਵਿੰਦਰਨਾਥ ਟੈਗੋਰ ਦੇ ਪਿਤਾ ਜੀ ਵੀ ਨਾਲ ਆਇਆ ਕਰਦੇ ਸਨ। ਸ੍ਰੀ ਅੰਮ੍ਰਿਤਸਰ 1 ਮਹੀਨਾ ਰਹਿੰਦੇ ਸਨ ਔਰ ਰਵਿੰਦਰਨਾਥ ਟੈਗੋਰ ਦੇ ਪਿਤਾ ਜੀ ਸ੍ਰੀ ਦਰਬਾਰ ਸਾਹਿਬ ਕੀਰਤਨ ਸੁਣਿਆ ਕਰਦੇ ਸੀ ਰੋਜ਼ਾਨਾ। ਔਰ ਕੀਰਤਨ ਸੁਣਨ ਤੋਂ ਬਾਅਦ ਇੱਕ ਦਿਨ ਉਹਨਾਂ ਨੇ ਭਾਈ ਵੀਰ ਸਿੰਘ ਹੋਰਾਂ ਨੂੰ ਆਖਿਆ कि इस दुनिया में भगवान रामचंद्र जी आए हैं, वो चले गए हैं। भगवान कृष्ण जी भी आए हैं, वो भी चले गए। गुरु रामदास जी आए,
वो नहीं गए। भाई वीर सिंह ने पूछा, ठाकुर जी, उन्होंने ठाकुर कहते सन, तुसीं किस आधार ते ये गल कह रहे हो? उन्होंने जवाब दिता कि मैं इस गल के आधार ते गल कह रहा कि जदों श्री दरबार साहिब जाईदा है, हरि मंदिर में बैठते हैं, तो हरि मंदिर में जो कीर्तन होता है वो गुरु रामदास जी ही बोल रहे होते हैं। उनकी वाणी जो हमारे पास मौजूद है। सो गुरु साहब जी गए नहीं। भट्टा ने लिखा ना, सो कौन कहे श्री गुरु मुयो, कौन कहता गुरु जी चले गए? गुरु जी ते हाजर नाजर। किस तरह? उन्हां दी बाणी हाजर है, पर उस बाणी नूं असीं प्रचार नहीं सके, उस बाणी नूं असीं विचार नहीं सके, उस बाणी नूं असीं पढ़ नहीं सके, पढ़ा नहीं सके। जिन्नी उच्ची पद्धर ते गुरबाणी दा प्रचार करना सी वो नहीं होया, बल्कि अज समा इस मोड़ ते आ पहुंचिया है कि साडी अणगहली दा, साडी ढिल दा फायदा कुछ विरोधी लोग उठा के दसम पातशाह दी बाणी ते किंतु परंतु कर रहे ने। आ पंजाब दी एक अखबार नवी नवी शुरू हुई है, जिन्हों पंथ वालों श्री अकाल तख्त साहिब वालों खारिज किया गया, पर वो अखबार रोजाना ही गुरु साहिबां उत्ते, गुरु इतिहास उत्ते, गुरबाणी उत्ते टीका टिप्पणी कर रही है। खास करके दशमेश पिता श्री गुरु गोबिंद सिंह साहिब जी की बाणी उत्ते ऐसा मारू हमला किया जा रहा है। उसका कारण की है? साध संगत जी, दशमेश पिता दी बाणी साडे सारे खालसे पंथ दे इतिहास दी नींह है। जिन्ना विरसा सिख इतिहास दा है, शहीदियां दा है, कुर्बानियां दा है, ओदी पिठ भूमि दसम ग्रंथ है। दसम ग्रंथ पढ़ के चिड़ियां ने बाज मारे हैं। दसम ग्रंथ पढ़ के गिदड़ा ने शेर ललकारे हैं। दसम ग्रंथ पढ़ के कला कला सिख सवा सवा लाख नाल लड़िया है। जिन्हां ने श्री दसम ग्रंथ साहिब की बाणी पढ़ी है, उन्होंने इस गल का पता है कि कितना वीर रस, कितना जोश उस बाणी विच महाराज भर देता है। श्री गुरु गोबिंद सिंह साहिब जी ने भारत के लोगों के अंदर जो मजलूमी, जो बेअणखी, बेगैरती की भावना आ चुकी सी, उसनूं दूर करने वास्ते इस बाणी की रचना की। और जदों अमर संचार किया सतगुरां ने, सरबलोह दा बाटा, सरबलोह दा खंडा लैके बीरस वाली बाणी पढ़ी। महान विद्वान भाई रतन सिंह भंगू ने पंथ प्रकाश विच लिखिया है। ये भाई रतन सिंह भंगू कौन सी? भाई मताब सिंह दा पोतरा, जिस मताब सिंह ने मस्से रंगड़ नूं मार के श्री हरमंदर साहिब दी बेअदबी रोकी है, उस मताब सिंह दा पोतरा सी भाई रतन सिंह भंगू। उसने सिख इतिहास की महान पुस्तक पंथ प्रकाश लिखी है, क्योंकि सन 1803 विच अंग्रेजां ने दिल्ली दे विच कब्जा किया। पहला जदों वो दिल्ली विच वड़े ते उन्होंने शाह आलम बादशाह बहादुर शाह जफर दा प्यो उहदे कोलों पुछया भी ये जिहड़े उत्तरी भारत उत्ते दाड़ियां वाले, केसां वाले, दस्तारां वाले, किरपानां वाले राज करते ने, ये कौन ने? शाह आलम बादशाह ने आख्या जी ये जरैम पेशा कौम है, ये लुटेरे ने, ये डाकू ने। अंग्रेजा ने वो गल लिख ली, पर अंग्रेज कोई भी गल सुनी सुनाई नहीं सी मन्या करदे। वो हर गल की तफ्तीश करते सन।
इस गल की असलीयत नूं जानन वास्ते उन्हां ने एक कैप्टन मरी नाम का जरनैल सी, लुधियाने रहिंदा सी। लुधियाना, अंबाला ते करनाल तिन्ने जिलियां दा इक्को ही डिप्टी कमिश्नर सी कैप्टन मरी। उसने ड्यूटी लाई भी तू पता करके दस कि जेड़े ये पंजाब विच राज करते ने सिख, इन्हां दा असली इतिहास की है, इन्हां दी हिस्टरी की है। ते साध संगत जी, कैप्टन मरी ने पंजाब दे विच कई बंदियां नूं पुछया जेड़े हिस्टरी लिखदे सन, इतिहास लिखदे सन। उन्हां विचों एक बूटे शाह मौलवी ने हामी भर दित्ती कि मैं सिखां दा इतिहास लिख के तुहानूं देवांगा। बूटे शाह मौलवी इतिहास लिख रहा सी कि भाई रतन सिंह जी किसे काम लुधियाने चले गए। भाई रतन सिंह ने लुधियाने कचहरी दे विच जाके जदों कैप्टन मरी नाल मुलाकात की, कैप्टन मरी ने दस्सिया कि सरदार जी, मैं तुहाडा सिखां दा इतिहास लिखवा रहा हूं, और जिस दिन एक किताब लिखी जाएगी उस दिन इस किताब नूं इंग्लैंड महाराणी दे कोल भेजिया जाएगा, तुहाडा इतिहास पूरी दुनिया च भेजिया जाएगा। भाई रतन सिंह ने पूछया कैप्टन मरी कोलों कि कैप्टन साहब, जिहड़ी किताब तुसीं साडा इतिहास लिखवा रहे हो सिखां दा, वो कौन लिख रहा है? कैप्टन मरी कहन लगा, एक बूटे शाह मौलवी है, वो तुहाडी हिस्टरी लिख रहा है और वो तुहाडी हिस्टरी इंग्लैंड भेजी जानी है। रतन सिंह ने लिखिया पंथ प्रकाश विच, कहंदा मेरा मत्था ठणक गया, वह मौलवी है मुसलमान, कब सिंघन जस करे बखान। वो मौलवी कदी खालसे दी वडियाई नहीं लिख सकता, कदी खालसे दी तारीफ नहीं लिख सकता, जरूर किते ना किते वो सिखां दे इतिहास नूं गहरी सट मारेगा। कहन लगा कैप्टन साहब, इंग्लैंड भेजण तो पहला किताब मैनू जरूर दिखाया जे, वो किताब मैं पढ़ांगा, फिर इंग्लैंड भेजिया जे। वो किताब अजे अद्धी की लिखी सी, कैप्टन मरी ने उसे दिन ही मंगवा लई। कहन लगा, आ वेख लो सरदार जी, तुसी पढ़ के, फारसी दे विच किताब लिखी सी, ओदा नाम है तारीख ए सिखां, सिखां दी तवारीख। मौलवी दी लिखी किताब नूं भाई रतन सिंह ने पढ़िया फारसी दे विच, उन्होंने सिर फेर दिता। भाई साहब कहंदे ने, इन गल सिंघन कही ना सारी, इस मौलवी ने साडा इतिहास पूरा नहीं दसिया, इन्हें साडे बहादुर सूरबीर योद्धियां दीयां शहादतां नहीं दसियां, इन्हें गुरु अर्जन देव जी दे तत्ती तवी ते बह के झल्ले होए तसीहां दा जिक्र नहीं कीता, इन्हें गुरु तेग बहादुर साहब दी चांदनी चौक दी शहादत दा जिक्र नहीं कीता, इन्हें साहिबजादियां दीयां कुर्बानियां ते पर्दा पाया है, इन्हें खालसे दे इतिहास नूं सही ढंग नाल नहीं दसिया। जदों इह कही वो मौलवी कैप्टन मरी कहन लगा, सरदार जी फिर तुहाडा इतिहास तुसी लिख के दिओ। भाई रतन सिंह ने उस कैप्टन मरी अंग्रेज नूं जो इतिहास अपने खालसे दा, अपने बुजुर्गां दा, सिंघां शहीदां दा 18वीं सदी दा इतिहास सारा लिखवाया। वो खालसे दा इतिहास, उस ग्रंथ दा नाम बनया श्री गुरु पंथ प्रकाश। महाराणी विक्टोरिया दे कोल इंग्लैंड पहुंचिया ते उथों 360 जिहड़ियां वड्डियां लाइब्रेरियां सन दुनिया दीयां, उन्हां विच ओ कापियां इतिहास दीयां फाइलां दे रूप च अजे भी पईयां हन। अंग्रेज पढ़दे हन, दूसरियां कौमां दे विद्वान पढ़दे हन, अफसोस है साडे सिख नहीं पढ़दे। अपने बुजुर्गां दा, महान शहीदां दा और भाई मताब सिंह दे पोतरे दे हाथ दा लिखिया इतिहास पंथ प्रकाश सानू नहीं पता कि साडे बुजुर्गां ने किन्नियां घालना घालियां, साडे बारे लिखिया, सानू सुचेत करन लई, सानू जगाण वास्ते किन्नियां कुर्बानियां कीतियां, सानू कोई पता नहीं। ਉਹ ਸਾਡੀ ਅਣਗਹਿਲੀ ਦਾ, ਸਾਡੇ ਅਣਜਾਣਪੁਣੇ ਦਾ ਫਾਇਦਾ ਕੁਝ ਲੋਕ ਉਠਾ ਕੇ ਕਿੰਤੂ ਪਰੰਤੂ ਕਰ ਰਹੇ ਨੇ ਗੁਰੂ ਕੀ ਬਾਣੀ ਉੱਤੇ। ਮੈਂ ਅਰਜ਼ ਕਰ ਰਿਹਾ ਸੀ ਜਦੋਂ ਮਹਾਰਾਜ 10ਵੇਂ ਪਾਤਸ਼ਾਹ ਅੰਮ੍ਰਿਤ ਛਕਾਣ ਲੱਗੇ, ਬਾਟੇ ਤੇ ਬਾਣੀ ਪੜ ਰਹੇ ਨੇ
ਤੇ ਰਤਨ ਸਿੰਘ ਭੰਗੂ ਪੰਥ ਪ੍ਰਕਾਸ਼ ਵਿੱਚ ਲਿਖਦਾ ਹੈ, ਤੇਜ ਤੇਜ ਜੋ ਚੰਡੀ ਬਾਣੀ, ਸ੍ਰੀ ਮੁਖ ਅੰਮ੍ਰਿਤ ਮਦ ਬਖਾਣੀ। ਚੰਡੀ ਬਾਣੀ ਜੋਸ਼ ਵਾਲੀ ਬਾਣੀ। ਆ ਜਾਪ ਸਾਹਿਬ ਪੜ੍ਹਦੇ ਆ, ਕਦੀ ਛੰਦਾਂ ਦੀ ਚਾਲ ਨਾਲ ਪੜੋ ਜਾਪ ਸਾਹਿਬ, ਕਿਤਨਾ ਕਮਾਲ ਹੈ। ਨਮੋ ਸ਼ਸਤਰ ਪਾਣੇ, ਨਮਸਕਾਰ ਹੈ ਵਾਹਿਗੁਰੂ ਤੈਨੂੰ, ਤੂੰ ਸ਼ਸਤਰ ਧਾਰੀ ਹੈ। ਸਾਧ ਸੰਗਤ ਜੀ, ਸ਼ਸਤਰਾਂ ਦੀ ਸ਼ਕਤੀ ਨੂੰ ਪਹਿਲੀ ਸਰਵੋਤਮ ਸ਼ਕਤੀ ਮੰਨਿਆ ਗਿਆ ਹੈ। ਇਸੇ ਕਰਕੇ ਤੁਹਾਡੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਲੱਗੇ ਨੇ, ਹਿੰਦੂਆਂ ਦੇ ਮੰਦਿਰਾਂ ਵਿੱਚ ਵੀ ਨਿਸ਼ਾਨ ਲੱਗੇ ਨੇ, ਮੁਸਲਮਾਨਾਂ ਦੀਆਂ ਮਸੀਤਾਂ ਵਿੱਚ ਵੀ ਨਿਸ਼ਾਨ ਹਰੇ ਰੰਗ ਦੇ ਹੈਦਰੀ ਝੰਡੇ ਲੱਗੇ ਨੇ, ਈਸਾਈਆਂ ਦੇ ਗਿਰਜੇ ਵਿੱਚ ਵੀ ਝੰਡਾ ਲੱਗਾ ਹੈ। ਸਾਧ ਸੰਗਤ ਜੀ, ਹਰ ਧਰਮ ਦੇ ਕੋਲ, ਹਰ ਦੇਸ਼ ਦੇ ਕੋਲ, ਹਰ ਕੌਮ ਦੇ ਕੋਲ ਝੰਡਾ ਹੈ, ਪਰ ਐਸੀ ਕੌਮ ਕੋਈ ਨਹੀਂ ਜਿਸ ਕੌਮ ਦੇ ਝੰਡੇ ਤੇ ਖੰਡਾ ਹੋਵੇ। ਦੱਸੋ, ਇੱਕ ਖਾਲਸੇ ਤੋਂ ਇਲਾਵਾ ਕਿਸੇ ਕੌਮ ਦੇ ਝੰਡੇ ਤੇ ਖੰਡਾ ਨਹੀਂ, ਖਾਲਸੇ ਦੇ ਨਿਸ਼ਾਨ ਸਾਹਿਬ ਤੇ ਖੰਡਾ ਹੈ। ਕਦੀ ਵਿਚਾਰ ਕੀਤੀ ਹੈ ਵੀ ਸਾਡੇ ਕੋਲ ਹੀ ਖੰਡਾ ਕਿਉਂ ਹੈ, ਦੂਜਿਆਂ ਕੋਲ ਕਿਉਂ ਨਹੀਂ? ਕਿਉਂਕਿ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ, ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰ ਤੀਰ, ਸਾਹਿਬ ਸਰੋਹੀ ਸਹਿਤੀ ਯਹ ਹਮਾਰੇ ਪੀਰ। ਜਿਤੇ ਸ਼ਸਤਰ ਨਾਮੰ, ਜਿੰਨੇ ਸ਼ਸਤਰ ਹਨ, ਨਮਸਕਾਰ ਤਾਮੰ, ਉਹਨਾਂ ਨੂੰ ਮੇਰੀ ਨਮਸਕਾਰ ਹੈ। ਬਾਦਸ਼ਾਹ ਬਹਾਦਰ ਸ਼ਾਹ ਨੇ ਆਗਰੇ ਭਰੇ ਦਰਬਾਰ ਚ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਿਆ, ਗੁਰੂ ਜੀ ਤੁਸੀਂ ਜ਼ਿੰਦਗੀ ਦੇ ਬੜੇ ਤਜਰਬੇ ਕੀਤੇ ਨੇ, ਤੁਸੀਂ ਬੜੇ ਮਹਾਂਪੁਰਸ਼ ਹੋ, ਮੈਂ ਸੁਣਿਆ ਵੀ ਕੋਈ ਕਰਾਮਾਤ ਹੁੰਦੀ ਹੈ, ਤੁਸੀਂ ਦੱਸੋ ਵੀ ਕਰਾਮਾਤ ਕਿਹੋ ਜਿਹੀ ਹੁੰਦੀ ਹੈ ਤੇ ਕਰਾਮਾਤ ਕੀ ਹੁੰਦੀ ਹੈ? ਹਜ਼ੂਰ 10ਵੇਂ ਪਾਤਸ਼ਾਹ ਸੁਣ ਕੇ ਆਪਣੀ ਜੇਬ ਵਿੱਚ ਹੱਥ ਪਾਇਆ ਤੇ ਆਪਣੀ ਜੇਬ ਵਿੱਚੋਂ ਸੋਨੇ ਦੀਆਂ ਮੋਹਰਾਂ ਕੱਢ ਕੇ ਕਹਿਣ ਲੱਗੇ, ਬਾਦਸ਼ਾਹ ਆਹ ਕਰਾਮਾਤ ਹੁੰਦੀ ਹੈ। ਪੈਸਾ, ਧਨ ਦੌਲਤ ਕਰਾਮਾਤ ਹੈ। ਜਿਹਦੇ ਕੋਲ ਪੈਸਾ ਹੈ, ਪੈਸੇ ਦੀ ਚਮਕ ਨਾਲ ਕੁਝ ਵੀ ਕਰ ਲੈਂਦਾ ਹੈ। ਕਹਿੰਦਾ, ਗੁਰੂ ਜੀ ਇਸ ਕਰਾਮਾਤ ਦਾ ਮੈਨੂੰ ਪਤਾ ਹੈ। ਕਈ ਚੀਜ਼ਾਂ ਐਸੀਆਂ ਨੇ ਜਿਹਦਾ ਸਾਨੂੰ ਪਤਾ ਹੁੰਦਾ ਪਰ ਖਿਆਲ ਨਹੀਂ ਆਉਂਦਾ। ਹੁਣ ਪੈਸੇ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ, ਪਰ ਪੈਸੇ ਦੀ ਕਰਾਮਾਤ ਕੀ ਹੈ ਇਹਦਾ ਖਿਆਲ ਕਦੀ ਕਦੀ ਆਉਂਦਾ। ਜਦੋਂ ਜੇਬ ਖਾਲੀ ਹੋਵੇ ਉਦੋਂ ਪਤਾ ਲੱਗਦਾ ਵੀ ਪੈਸੇ ਦੀ ਕੀ ਅਹਿਮੀਅਤ ਹੈ। ਜਦੋਂ ਪੈਸਾ ਕੋਲ ਨਾ ਹੋਵੇ ਉਦੋਂ ਬੰਦਾ 10 ਰੁਪਏ ਵਾਸਤੇ ਵੀ ਇੰਨਾ ਕੁਝ ਅੰਦਰ ਪਿਆ ਤੇ ਬਾਹਰ ਲੋਹੇ ਦਾ ਤਾਲਾ ਕਿਉਂ ਲਾਇਆ? ਤੇ ਜਵਾਬ ਇਹ ਆ ਵੀ ਅੰਦਰਲੀਆਂ ਪਈਆਂ ਚੀਜ਼ਾਂ ਨੂੰ ਬਚਾਉਣ ਵਾਸਤੇ ਬਾਹਰ ਲੋਹੇ ਦਾ ਤਾਲਾ ਲਾਇਆ। ਅੰਦਰ ਪਈਆਂ ਚੀਜ਼ਾਂ ਨੂੰ ਸਾਂਭਣ ਵਾਸਤੇ ਕੁੱਤਾ ਰਾਖੀ ਲਈ ਰੱਖਿਆ। ਕਹਿੰਦੇ ਬਾਗ ਦੇ ਵਿੱਚ ਅਮਰੂਦ ਲੱਗੇ ਨੇ, ਸੇਬ ਲੱਗੇ ਨੇ, ਸੰਤਰੇ ਲੱਗੇ ਨੇ, ਬਾਗ ਵਿੱਚ ਬੜੇ ਬੜੇ ਸੋਹਣੇ ਫਲ ਲੱਗੇ ਨੇ, ਪਰ ਬਾਗ ਦੇ ਆਲੇ ਦੁਆਲੇ ਕਿੱਕਰ ਕਿਉਂ ਲਾਏ ਹੋਏ ਨੇ? ਕਹਿੰਦੇ ਕਿੱਕਰ ਆਸ ਪਾਸ ਜਿਉਂ ਬਾਗ ਹੈ। ਭਾਈ ਗੁਰਦਾਸ ਦੀ ਬਾਣੀ ਕਹਿੰਦੇ ਉਹ ਕਿਉਂ ਹੈ ਬਾਗ ਦੇ ਆਲੇ ਦੁਆਲੇ ਕਿੱਕਰ? ਇਸ ਕਰਕੇ ਕਿ ਕੋਈ ਅਵਾਰਾ ਪਸ਼ੂ ਇਸ ਵਾੜ ਨੂੰ ਟੱਪ ਕੇ ਕਿਤੇ ਅੰਦਰ ਨਾ ਜਾ ਵੜੇ ਤੇ ਬਾਗ ਦੇ ਫਲਾਂ ਦਾ ਨੁਕਸਾਨ ਨਾ ਕਰ ਦੇਵੇ। ਕਿੱਕਰ ਦੀ ਵਾੜ ਕੀਤੀ ਹੋਈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਐਸਾ ਖਾਲਸਾ ਸਾਜਿਆ, ਐਸੀ ਫੌਜ ਬਣਾਈ, ਐਸੀ ਬਾਣੀ ਦਿੱਤੀ, ਐਸੀ ਸ਼ਕਤੀ ਭਰੀ ਕਿ ਉਸ ਬਾਣੀ ਨੂੰ ਪੜ੍ਹ ਕੇ ਜੋ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਸੀ ਉਹਨੂੰ ਸਾਂਭਣ ਵਾਲੇ ਪੈਦਾ ਹੋ ਗਏ, ਉਹਦੀ ਰਾਖੀ ਕਰਨ ਵਾਲੇ ਪੈਦਾ ਹੋ ਗਏ। ਤੇ ਦਸਮ ਗ੍ਰੰਥ ਦਾ ਅੱਜ ਤੱਕ ਦਾ ਜੋ ਮਹੱਤਵ ਹੈ, ਜੇ ਉਸ ਦੇ ਉੱਤੇ ਚਾਨਣਾ ਪਾਇਆ ਜਾਵੇ ਸਮਾਂ ਬਹੁਤ ਲੱਗਦਾ ਹੈ। ਸਾਧ ਸੰਗਤ ਜੀ, ਕਿਸੇ ਪ੍ਰਾਚੀਨ ਸਿੰਘ ਨੇ ਦਸਮ ਗ੍ਰੰਥ ਤੇ ਕਿੰਤੂ ਨਹੀਂ ਕੀਤਾ। ਸਾਡੇ ਕੋਲ 3 ਤਰ੍ਹਾਂ ਦੇ ਵਿਅਕਤੀ, 3 ਤਰ੍ਹਾਂ ਦੇ ਮਹਾਂਪੁਰਸ਼, 3 ਤਰ੍ਹਾਂ ਦੇ ਲੋਕ ਹਨ। ਇੱਕ ਤਾਂ ਸਾਡੇ ਜਰਨੈਲ ਹਨ, ਫੌਜੀ ਜਰਨੈਲ। ਕਿਹੜੇ ਕਿਹੜੇ? ਬਾਬਾ ਬੰਦਾ ਸਿੰਘ ਬਹਾਦਰ,
ये ना तुसीं गिणी जाया जे, याद रखिया जे। ਜਿਹੜੇ ਦਸਮ ਗ੍ਰੰਥ ਤੇ ਕਿੰਤੂ ਕਰਦੇ ਨੇ ਉਹਨਾਂ ਨੂੰ ਪੁੱਛਿਆ ਜੇ। ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ, ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ तक ਸਾਡੀ फौज ਦੇ लड़ाके जरनैल होए ने। इन्हां विचों ਅਤੇ होर सारे जरनैलां विचों किसी जरनैल ने दसम ग्रंथ ते किंतु कीता। अज इंडिया दी पूरी भारती फौज दा जरनैल जिहड़ा जे सिंह सरदार है, ते तुसीं ओहनूं जाके पुछो भी अज जदों इंडिया फौज दे विच प्रेयर हुंदी है, सिख रेजिमेंट विच प्रेयर हुंदी है, उस वेले किहड़ी बाणी पढ़ी जाती है? उस वेले दसम ग्रंथ की बाणी पढ़ी जाती है। दे शिवा वर मोहे यह शुभ कर्मन ते कबहू ना टरो अरसों जब जाए लरो, निश्चय करे अपनी जीत करो। दसम ग्रंथ की बाणी पढ़ के फौजा जंग नूं चढ़दियां ने अज भी। ते 300 साल तो साडे जरनैल सारे ही दसम की बाणी ते शरधा रखते रहे ने। संत जरनैल सिंह भिंडरांवालिया तो पटियाला यूनीवर्सिटी विच कुछ प्रोफैसरां ने सवाल करके पूछया कि संत जी दसम ग्रंथ बारे तुसीं दसो की तुहाडा विचार है। ते संतां ने आख्या सी कि दसम ग्रंथ दा ते खालसे पंथ दा डूंगा रिश्ता है, नो ते मास तो भी वध के, क्योंकि खालसा पैदा ही दसम की बाणी च हुंदा है, वीर रस नाल जोधा बनदा है। ते एक गल अगे कहंदे, हाँ एक गल होर इदां जो उन्हां दी वर्डिंग सी, जो उन्हां दे मूंह तो बचन निकले, मैं वो तुहाडे नाल साझे कर रहा। संत कहण लगे, कहंदे एक गल होर, सूरबीर धर्मी योधियां दे इस ग्रंथ दी रमज नूं कायर नहीं समझ सकदे। ये गल संतां ने कही सी। योधियां दा ग्रंथ है, योधे समझ सकदे ने, कायर नहीं समझ सकदे। ते साध संगत जी दूसरे एक तो हो गए जरनैल, फौजी जरनैल जिहड़े साडी कौम दी समय समय अगवाई करते रहे, बाबा बंदे बहादुर तो लैके अज तक। ते दूजे ने विद्वान, साडी कौम दे विद्वान सर्वप्रथम भाई मनी सिंह जी, जिन्हां ने अपनी कलम नाल सारा दसम ग्रंथ लिखिया। दसम ग्रंथ दे लिखारी भाई मनी सिंह जी ने लिखिया। ते भाई मनी सिंह जी ने लिखिया कि खालसा जी जिहड़ी आद बाणी होई है ना गुरु ग्रंथ साहिब दी, ये भगती मई सिखां नूं ज्ञान कराउण वास्ते है, और जिहड़ी दसम दी बाणी है ये खालसे अंदर युद्ध दी भावना भरन वास्ते है। उस तो बाद बाबा दीप सिंह जी, भाई संतोख सिंह जी, ज्ञानी ज्ञान सिंह जी, पंडित तारा सिंह जी नरोत्तम, भाई कान सिंह नाभा, डॉक्टर भाई वीर सिंह, डॉक्टर बलबीर सिंह, डॉक्टर तारण सिंह, प्रोफैसर प्यारा सिंह पदम, अज तक जिन्ने सिख विद्वान ने सारे दे सारे दसम पातशाह दी, दसम ग्रंथ दी बाणी नूं दसम पातशाह दी मनदे ने। उन्हां दी किताबां लिखियां साडे कोल मौजूद ने। तीसरा वर्ग हुंदा महात्मा महापुरुषां दा, दो मैं दस चुका, जरनैलां दा ते साध संगत जी विद्वानां दा। हुण आ गए महापुरुषां दा। साडे पंथ विच बड़े बड़े करनी कमाई वाले संत ब्रह्म ज्ञानी होए ने। बाबा गुदड़ सिंह जी, बाबा अतर सिंह जी मस्तू आने वाले, संत करम सिंह जी होती मरदान वाले, संत गुरबचन सिंह जी भिंडरां वाले, संत सुंदर सिंह जी, मैं किन्हां किन्हां दे नाम लवां, सारे दसम पातशाह दी बाणी ते शरधा रखदे आए ने। अज कुछ लोग जिन्हां ने कदी दसम दी बाणी नहीं पढ़ी, ज्ञानी संत सिंह जी मशकीन दी कथा ITC चैनल ते रोज आउंदी, तुसीं वेखदे हो सुणदे हो, ਉਹ रोज ही कही जाते हैं दसम के बारे। भी कई लोग मैनू आके कहन लगे जी तुसी दसम ग्रंथ बारे दसो। मशकीन जी कहंदे भाई ये दस भी तू पढ़िया होया, तू दसम ग्रंथ पढ़िया? नहीं जी मैं तो विचों विचों पंक्तियां सुनिया ने। तुसी किसे जेड़ा भी शंका करने वाला दसम ग्रंथ के उत्ते किंतु करने वाला
किसी नूं इक्को ही सवाल पाओ भी तू पढ़िया, तुहानूं जवाब मिलेगा नहीं। ते जे कहे पढ़िया तो उन्होंने पूछ लो भी पाएगा है जब ते तुमरे वाला सवैया किथे लिखिया, सगल द्वार को छाड़ के वाला दोहरा किथे लिखिया, चौपाई किथे लिखी है, शस्त्र नाम वाला किथे लिखिया, कोई जवाब नहीं, क्योंकि पढ़िया ही कोई नहीं। जिन्हें दसम ग्रंथ आदि तो अंत तक पढ़िया और किसी संप्रदाय विच किसी विद्वान को बह के पढ़िया, ओनू कदी शंका नहीं होंदा, ओनू कदी किंतु नहीं होंदा। आ पिछे जी स्पोक्समैन ने कुछ अखबारां विच छाप के परचे वंडे ने जिहड़े तुहाडे ताईं कई वीरां ने पढ़े होणगे। ਉਹਦੇ ਤੇ बड़ा साध संगत जी कई गुरसिखां नूं जिन्हां ने बाणी नहीं पढ़ी जां बाणी नूं पूरी तरह समझदे नहीं, उन्हां दे मन 'ਚ शंका पैदा होया। असल विच गल की है, उन्हें अधूरियां पंक्तियां छापियां ने, पूरियां नहीं छापियां। उन्हें वो पक्ष छापिया जिहदी सानूं समझ ना आ सके, भुलेखा पाउण वाला पक्ष छापिया। क्योंकि गुरबाणी दी एक पंक्ति 'ਚ सवाल हुंदा ते अगली पंक्ति 'ਚ जवाब हुंदा। हुण तुसीं आसा दी वार पढ़दे हो, ज्यों जोरू सिर नावणी आवे वारो वार। ਇਹਦਾ अर्थ जे ਇਹਦਾ ਕੱਲੀ पंक्ति का अर्थ करिए तो कई लड़ पैणगे। एक गुरु नानक साहब की पंक्ति है, ज्यों जोरू सिर नावणी हर इस्त्री नूं महीने पिछों सिर नहाना पैंदा, झूठे झूठा मुख वसै नित नित होए खुआर। जदों ये गल पढ़ोगे समझोगे भी गुरु साहब की कहना चाहुंदे आ। भी महाराज तां ये कहंदे आ भी अपवित्रता झूठ गंदगी जीव दे नाल जुड़ी हुई है ते खुआर करदी है। फिर तो गल समझ आवेगी। तो जे पहली पंक्ति पढ़ के उहदे गलत अर्थ करी जाओ ते साध संगत जी फिर बाणी ते शंका होवेगा। इसे तरह फरीद का वचन है, फरीदा अज न सुती कंत स्यो अंग मुड़े मुड़ जाहे। ये केड़े कंत की गल है? कौन सुती कौन ना सुती? जे कोई समझदार होएगा तो उन्हें पता लगेगा, ते जे कोई मूर्ख होएगा तो ਇਹਦਾ अर्थ दुनियावी करके ते बाणी ते किंतु करन लग जाएगा। समझ के अनुसार बुद्धि के अनुसार ज्ञान हुंदा है। ते साध संगत जी इन्हां दी बुद्धि छोटी है, इन्हां नूं काम वासना चिमड़ी हुई दिमाग दे उत्ते। कहंदे ने हनुमान लंका गया सीता दी खबर लैण वास्ते। सीता उत्थे रावण दी कैद विच अशोक वाटका च बगीची च बैठी हुई सी। सीता माता जी दे दर्शन करके वापस आया, रामचंद्र जी नूं खबर देण वास्ते राम जी पुछदे ने सुना सीता दी की हालत है? कहन लगे महाराज जीउंदी है। ते रामचंद्र जी कहंदे मरी नहीं हम ते पिछराई, मर नहीं गई साडे तो विछड़ गए। हनुमान कहंदा महाराज मरदी किवें? प्राण बसे पद पंकज में जम आवत है पर पावत नहीं। सीता दे प्राण तां हजूर दे चरनां 'च वसे होए ने, उत्थे जदों जम आउंदे ने शरीर वेख के मुड़ जांदे ने, मर भी नहीं सकदी ते जी भी नहीं सकदी। ओहदे मन 'च तुहाडा प्रेम वसिया है। अच्छा हनुमान एक होर गल दस, जिस बाग विच तू गया सी, जिस बगीची 'च सीता बैठी सी, अशोक वाटका दे फुल किहो जे सन, केड़े रंग दे सन? हनुमान कहन लगा महाराज मैनू तां ये नजर आउंदा है भी उस बगीची दे फुल लाल सन। राम जी कहन लगे नहीं हनुमान तेनू भुलेखा लग रहा, क्योंकि असीं भी अंतर आत्मा नाल ओ जगह वेखी है, उथों दे फुल चिट्टे हन। नहीं नहीं महाराज फुल लाल हन। मारे कहते नहीं चिट्टे हन, कहना नहीं लाल हन। हस पे रामचंद्र जी, कहन लगे तेनू लाल पता क्यों नजर आउंदे ने? तेरिया अखां 'च लहू उतरिया होया सी, गुस्सा तेनू आया होया सी रावण दे खिलाफ।
ਤੇ ਜਦੋਂ ਤੇਰੇ ਅੰਦਰ ਗੁੱਸਾ ਸੀ ਤੈਨੂੰ ਲਾਲ ਨਜ਼ਰ ਆਉਂਦੇ ਸਨ। ਸਾਧ ਸੰਗਤ ਜੀ, ਮੇਰੇ ਹਜੂਰ ਬਾਣੀ 'ਚ ਕਹਿੰਦੇ ਨੇ, ਸੁਖੀਏ ਕਉ ਪੇਖੈ ਸਭ ਸੁਖੀਆ। ਸੁਖੀ ਬੰਦੇ ਨੂੰ ਸਾਰੀ ਦੁਨੀਆ ਸੁਖੀ ਨਜ਼ਰ ਆਉਂਦੀ ਹੈ। ਰੋਗੀ ਕਾ ਪਹਾੜ ਹੈ ਸਭ ਰੋਗੀ। ਰੋਗੀ ਨੂੰ ਸਾਰੇ ਰੋਗੀ ਨਜ਼ਰ ਆਉਂਦੇ ਨੇ। ਜਿਨ੍ਹਾਂ ਦੀਆਂ ਅੱਖਾਂ ਵਿੱਚ ਕਾਮ ਵਾਸ਼ਨਾ ਹੈ ਨਾ, ਉਹਨਾਂ ਨੂੰ ਗੁਰਬਾਣੀ ਵੀ ਕਾਮ ਵਾਸ਼ਨਾ ਵਾਲੀ ਨਜ਼ਰ ਆਉਣ ਲੱਗ ਪਈ ਹੈ। क्योंकि जैसी दृष्टि है वैसी सृष्टि है। ज्ञान अवस्था मुताबक हुंदा जे। एक बच्चे नूं तुसीं ऊड़ा एड़ा सिखा रहे हो, एक बच्चा 5वीं च पढ़ रहा है, वो बच्चों के अगे पहली तो दूजी चौथी 5वीं 10वीं वाले बच्चे अगे जे तुसीं MA की किताब रखोगे उस नूं नहीं समझ आएगी। MA की किताब पहली दूजी 5वीं 10वीं वाले नूं नहीं समझ आएगी। किते करके वेख लो, जेड़ा BA करके MA च दाखला लवेगा ओनू MA की किताब समझ आवेगी, फिर भी किसी मास्टर की लोड़ पएगी। देखो सतनाम श्री वाह। जां फिर करके वेख लो, किसी पहली दूजी वाले दे अगे रखो किताब MA की, वो समझ आ जाएगी उन्होंने? बिल्कुल नहीं आती। श्री गुरु ग्रंथ साहब जिन्हों ने नहीं पढ़िया, भाई गुरदास जिन्हों ने नहीं पढ़िया, भाई नंद लाल जिन्हों ने नहीं पढ़िया, वो 10वें ग्रंथ किताबां लिखण लग पे ने। उन्होंने की समझ आएगी, की पता लगेगा? आखिर जी ये अश्लील लिखिया होया, ये बंदे दे शरीर दे अंगां बारे लिखिया होया। साध संगत जी, ये दसो ਜਿਹੜੇ ਲੋਕ किंतु परंतु करते ने, ਜਦੋਂ गुरुद्वारे आउंदे ने, मंदिर जाते ने, किते जाते धर्म स्थान ते, ਜਿਹੜੇ ਸਾਡੇ शरीर के अंग ने वो घर रख के आउंदे ने। ਸਾਡੇ शरीर च अखां भी ने, ਕੰਨ भी ने, नक भी है, हथ भी ने, पैर भी ने। ਸਾਡੇ शरीर के कुछ अंग वो भी ने ਜਿਹੜੇ ਅਸੀਂ ढक के रखने आ, ढक के रखते हैं, पर वो असी घर रख के नहीं आउंदे, ढक के रखते हैं। क्यों? मर्यादा बनी हुई। गुरु साहब जी ने सानू सारे शरीर बारे ते सारी आत्मक अवस्था बारे ज्ञान देना है। हुण डॉक्टरी पढ़ाई जाती है, साडियां बच्चियां नर्स का कोर्स करदियां ने, डॉक्टरी का कोर्स करदियां ने, उत्थे उन्हां नूं शरीर के सारे अंगां बारे पढ़ाया जाता है। सिर तो लैके पैरों तक पढ़ाया जाता है कि डॉक्टर बनना, उन्हें कल नूं इलाज करना, सारे अंगां दा करना। किहड़े अंग विच किहड़ी नस है, किहड़े अंग विच की नुक्स पै सकदा, सारा पढ़ाया जाता। गुरु गोबिंद सिंह सच्चे पातशाह ने अपने खालसे नूं सारा ज्ञान देना है, ताकि खालसा हर पक्ष तो परिपूर्ण हो जावे। ते 405 चरित्र लिखे ने, ਉਹਦੇ ਵਿੱਚ ਬਹਾਦਰ ਇਸਤਰੀਆਂ ਦੇ ਚਰਿੱਤਰ ਵੀ ਨੇ, ਨਾਰਮਲ ਇਸਤਰੀਆਂ ਦੇ ਚਰਿੱਤਰ ਵੀ ਨੇ, ਕਪਟੀ ਇਸਤਰੀਆਂ ਦੇ ਚਰਿੱਤਰ ਵੀ ਨੇ, ਤੇ 70-80 ਚਰਿੱਤਰ ਬੰਦਿਆਂ ਦੇ ਵੀ ਨੇ। ਸਾਰੇ ਚਰਿੱਤਰ ਔਰਤਾਂ ਦੇ ਨਹੀਂ। ਜਿੱਥੇ ਬੰਦਿਆਂ ਦੇ ਚਰਿੱਤਰ ਨੇ ਉੱਥੇ ਇਤਸਰੀ ਚਰਿੱਤਰੋਂ ਪਖਿਆਨੇ ਪੁਰਖ ਚਰਿੱਤਰੇ ਲਿਖਿਆ ਹੋਇਆ। जिथे स्त्री का चरित्र है उथे एक स्त्री चरित्रों पखियाने त्रिया चरित्र लिखा होया। पढ़ के वेखो 10वें ग्रंथ क्यों लिखे ने चरित्र। तुसीं ये पूछोगे भी चरित्र क्यों लिखे ने, मैनू ये दसो खालसा की है। खालसा एक फौज है, ते फौज हमेशा लड़ाई के मैदान च रहिंदी है, कैंपां च रहिंदी है, घर तो बाहर रहिंदी है। ਜਿਹੜਾ ਬੰਦਾ फौजी है घर तो बाहर रहिंदा, ਉਹਦਾ करैक्टर किसी वेले भी डावाडोल हो सकता। जिहड़ी सब तो वड्डी वर्ल्ड की लड़ाई छिड़ी हुई है इस टाइम लादेन दी ते अमरीका दी है। लादेन ते अमरीका दी लड़ाई दी भूमिका की है ये समझ लो। पहला अज तो 15 साल पहला मक्के दे विच अरब दे विच अमरीका दी फौजां आईयां सी, अरब सरकार ने मंगाईयां सी। ते जदों वो फौजी उत्थे बैठे रहे 2-3 साल बैठे रहे, 4 साल बैठे रहे, ते जेड़े अरब दीयां औरतां सन
ਮੁਸਲਮਾਨ ਔਰਤਾਂ ਉਹ ਉਥੋਂ ਦੀ ਸਰਕਾਰ ਨੇ ਉਹਨਾਂ ਫੌਜੀਆਂ ਨੂੰ ਦਿੱਤੀਆਂ। ਜਦੋਂ ਉਹ ਲਦੇਨ ਨੇ ਵੇਖੀਆਂ ਤੇ ਉਹਦੇ ਮਨ 'ਚ ਇਹ ਭਾਵਨਾ ਆਈ ਵੀ ਇਹ ਜਿਹੜੇ ਫੌਜੀ ਹਨ ਅਮਰੀਕਾ ਦੇ ਸਾਡੇ ਦੇਸ਼ ਵਿੱਚ ਆ ਕੇ ਸਾਡੇ ਧਰਮ ਸਥਾਨਾਂ ਦੀ ਬੇਅਦਬੀ ਕਰ ਰਹੇ ਨੇ, ਤੇ ਲੜਾਈ ਛਿੜ ਗਈ। ਗੁਰੂ ਗੋਬਿੰਦ ਸਿੰਘ ਨੂੰ ਵੀ ਪਤਾ ਸੀ ਕਿ ਮੇਰਾ ਖਾਲਸਾ ਫੌਜ ਹੈ ਤੇ ਕਿਤੇ ਮੇਰੇ ਖਾਲਸੇ ਨੂੰ ਕੋਈ ਇਹੋ ਜਿਹਾ ਜਾਲ ਪਾ ਕੇ ਆਪਣੇ ਚਰਿੱਤਰ ਤੋਂ ਆਪਣੇ ਕਰੈਕਟਰ ਤੋਂ ਥੱਲੇ ਨਾ ਗੇਰ ਦੇਵੇ। 405 ਚਰਿੱਤਰ ਲਿਖ ਕੇ ਸਾਵਧਾਨ ਕਰਦਿਆਂ ਹੋਇਆ 20ਵੇਂ ਚਰਿੱਤਰ 'ਚ ਪਹਿਲਾਂ ਹੀ ਲਿਖ ਦਿੱਤਾ, ਸੁਤ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਕਿ ਜਦੋਂ ਦੀ ਮੈਂ ਹੋਸ਼ ਸੰਭਾਲੀ ਹੈ ਮੇਰੇ ਪਿਤਾ ਗੁਰੂ ਤੇਗ ਬਹਾਦਰ ਨੇ ਮੈਨੂੰ ਸਿੱਖਿਆ ਦਿੱਤੀ ਹੈ, ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂਤ ਇਹ ਪਰਨ ਤੋਹੇ, ਪੁੱਤਰ ਤੈਨੂੰ ਸਹੁੰ ਲੱਗੇ ਮੈਂ ਤੈਨੂੰ ਪਰਨ ਕਰਾ ਰਿਹਾ, ਪੂਤ ਇਹ ਪਰਨ ਤੋਹੇ ਪ੍ਰਾਣ ਜਬ ਲਗ ਘਟ ਥਾਰੇ, ਜਿੰਨਾ ਚਿਰ ਤੂੰ ਜਿਉਂਦਾ ਰਹੇ ਪੁੱਤਰ ਇੱਕ ਗੱਲ ਦਾ ਖਿਆਲ ਰੱਖੀ, ਨਿਜ ਨਾਰੀ ਕੇ ਸਾਥ ਨਿਤ ਤੁਮ ਨੇ ਬੜਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੁਣ ਜਈਓ। ਆਪਣੀ ਪਤਨੀ ਧਰਮ ਪਤਨੀ ਹੈ, ਇਸ ਤੋਂ ਇਲਾਵਾ ਵੱਡੀਆਂ ਮਾਵਾਂ ਨੇ, ਬਰਾਬਰ ਦੀਆਂ ਭੈਣਾਂ ਨੇ, ਛੋਟੀਆਂ ਧੀਆਂ ਨੇ, ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਤੇ ਗੁਰੂ ਗੋਬਿੰਦ ਸਿੰਘ ਨੇ ਇਹ ਬਚਨ 20ਵੇਂ ਚਰਿੱਤਰ 'ਚ ਲਿਖੇ ਨੇ। ਔਰ ਜਿਹੜੀ ਤੁਸੀਂ ਅੰਮ੍ਰਿਤ ਦੀ ਬਾਣੀ ਪੜ੍ਹਦੇ ਹੋ, ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਜਿਹੜੀ ਅੰਮ੍ਰਿਤ ਤੇ ਵੀ ਪੜ੍ਹੀ ਜਾਂਦੀ ਹੈ, ਸਵੇਰ ਦੇ ਨਿਤਨੇਮ 'ਚ ਵੀ ਪੜ੍ਹੀ ਜਾਂਦੀ ਹੈ, ਤੇ ਸ਼ਾਮ ਨੂੰ ਰਹਿ ਰਾਸ ਦੇ ਵਿੱਚ ਵੀ ਰੋਜ਼ ਹਰਿਮੰਦਰ ਸਾਹਿਬ ਤੋਂ ਟੀਵੀ ਤੇ ਸੁਣਦੇ ਹੋ, ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਉਹ 405ਵਾਂ ਚਰਿੱਤਰ ਹੀ ਹੈ ਲਾਸਟ। ਕਹਿੰਦੇ ਨਹੀਂ ਜੀ, ਅੱਗੋਂ ਫਿਰ ਦੇਖੋ ਅੱਗੋਂ ਦੇ ਅੱਗੇ ਚਲੀ ਜਾਂਦੇ, ਕਹਿੰਦੇ ਨਹੀਂ ਜੀ ਕੁਝ ਬਾਣੀ ਨੂੰ ਤੇ ਅਸੀਂ ਮੰਨਦੇ ਆ ਵੀ ਗੁਰੂ ਗੋਬਿੰਦ ਸਿੰਘ ਦੀ ਹੈ, ਥੋੜੀ ਬਾਣੀ ਕਹਿੰਦੇ ਉਹਨਾਂ ਦੀ ਹੈ, ਥੋੜੀ ਨਹੀਂ ਹੈ। ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ, ਮੈਂ ਕਿਹਾ ਇਹ ਦੱਸੋ ਇੱਕ ਮੁਰਗੀ ਆਂਡਾ ਦੇਵੇਗੀ ਜਾਂ ਮੀਟ ਦੇਵੇਗੀ? ਜਾਂ ਤਾਂ ਮੁਰਗੀ ਤੋਂ ਆਂਡਾ ਲੈ ਲਓ ਤੇ ਜਾਂ ਉਹਦਾ ਮੀਟ ਬਣਾ ਲਓ। ਹੁਣ ਮੁਰਗੀ ਆਂਡਾ ਵੀ ਦੇਈ ਜਾਵੇ, ਅੱਧੀ ਮੁਰਗੀ ਆਂਡਾ ਦੇਵੇ, ਅੱਧੀ ਮੁਰਗੀ ਦੀ ਆਪਾਂ ਸਬਜ਼ੀ ਖਾਈਏ, ਏਦਾਂ ਨਹੀਂ ਨਾ ਹੋ ਸਕਦਾ। ਇਹਦਾ ਸੰਸਕ੍ਰਿਤ ਜਦੋਂ ਨਿਆਏ ਪੜ੍ਹਾਏ ਜਾਂਦੇ ਆ ਨਾ, ਉੱਥੇ ਇਹ ਨਿਆਏ ਆਉਂਦਾ, ਅਰਧ ਯਰਤ ਕਾ ਨਿਆਏ, ਅੱਧੀ ਮੁਰਗੀ ਆਂਡੇ ਲਈ ਤੇ ਅੱਧੀ ਮੁਰਗੀ ਕਹਿੰਦੇ ਸਬਜ਼ੀ ਲਈ ਰੱਖ ਲਓ। ਕਦੀ ਹੋ ਸਕਦਾ ਇਵੇਂ? ਹੋਇਆ ਕਦੀ? ਇੱਕੋ ਕੰਮ ਕਰੇਗੀ ਵਿਚਾਰੀ ਉਹ ਕਮਲੇ ਹੋ, ਇਹ ਕਦੀ ਹੋ ਸਕਦਾ ਵੀ ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਹੋਵੇ ਤੇ ਚੌਪਈ ਕਿਸੇ ਹੋਰ ਦੀ ਹੋਵੇ? ਭਾਈ ਮਨੀ ਸਿੰਘ ਗਲਤ ਲਿਖ ਸਕਦੇ ਬਾਣੀ ਕਦੀ? ਭਾਈ ਮਨੀ ਸਿੰਘ ਨੇ ਸਾਰੀ ਬਾਣੀ ਸ੍ਰੀ ਮੁੱਖ ਵਾਗ ਪਾਤਸ਼ਾਹੀ 10ਵੀਂ ਕਰਕੇ ਲਿਖਿਆ। ਜੇ ਭਾਈ ਮਨੀ ਸਿੰਘ ਨੂੰ ਇਹ ਸ਼ੱਕ ਹੁੰਦਾ ਵੀ ਗੁਰੂ ਸਾਹਿਬ ਦੀ ਬਾਣੀ ਨਹੀਂ, ਉਹ ਇੱਕ ਉੱਤੇ ਨਾ ਲਿਖਦੇ ਪਾਤਸ਼ਾਹੀ 10ਵੀਂ। ਐਸਾ ਭੁਲੇਖਾ ਜੋ ਗੁਰੂ ਕੀ ਬਾਣੀ ਵਾਸਤੇ ਪਾਇਆ ਜਾ ਰਿਹਾ, ਉਹਦਾ ਕਾਰਨ ਕੀ ਹੈ? ਮੇਰੇ ਨਾਲ ਵੀਰ ਕਸ਼ਮੀਰ ਸਿੰਘ ਜੀ ਆਏ ਹੋਏ ਨੇ, ਦੱਸਣਗੇ ਵੇਰਵਾ। ਪਰ ਮੈਂ ਇੱਕ ਗੱਲ ਕਹਿ ਰਿਹਾ, ਇੱਕ ਤਾਂ ਸਾਡੇ ਅੰਦਰ ਵੀਰ ਰਸ ਖਤਮ ਕਰਨਾ ਚਾਹੁੰਦੇ ਨੇ। ਸਿੰਘਾਂ 'ਚ ਜਿਹੜਾ ਜੋਸ਼ ਆਉਂਦਾ ਹੈ, ਦੇ ਸ਼ਿਵਾ ਬਰ ਮੋਹਿ ਹੈ, ਪੜ੍ਹ ਕੇ ਇਹ ਨਾ ਪੜ੍ਹਨਗੇ ਨਾ ਆਵੇਗਾ ਜੋਸ਼। ਜਿਹੜੀ ਆ ਕਿਰਪਾਨਾਂ ਪਾਈ ਫਿਰਦੇ ਨੇ ਸਿੱਖ, ਇਹ ਕਿਰਪਾਨਾਂ ਕਿਵੇਂ ਲੈਣਗੀਆਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਕਿਰਪਾਨ ਪਾਉਣ ਬਾਰੇ ਲਿਖਿਆ ਕੋਈ ਨਹੀਂ। ਮਹਾਰਾਜ ਆਦਿ ਵਿੱਚ ਤਾਂ ਨਹੀਂ ਲਿਖਿਆ ਕਿਤੇ ਕਿਰਪਾਨ ਪਾਉਣ ਵਾਸਤੇ, ਕਿੱਥੇ ਲਿਖਿਆ? ਫਿਰ ਤੁਹਾਨੂੰ ਵੀ ਕੋਈ ਪੁੱਛੇ, ਤੁਸੀਂ ਕਹਿ ਸਕਦੇ ਹੋ ਕਿ 10ਮ ਗ੍ਰੰਥ ਵਿੱਚ ਲਿਖਿਆ ਕਿਰਪਾਨ ਪਾਣ ਧਾਰਿਯੰ ਕਰੋੜ ਪਾਪ ਟਾਰਿਯੰ। ਕਿਰਪਾਨ ਪਾਣ ਧਾਰਿਯੰ 10ਮ ਗ੍ਰੰਥ ਲਿਖਿਆ ਗੁਰੂ ਗੋਬਿੰਦ ਸਿੰਘ ਨੇ। ਜਿਸ ਪਿਤਾ ਨੂੰ ਸ਼ਸਤਰਾਂ ਨਾਲ ਪ੍ਰੇਮ ਸੀ, ਅੱਜ ਵੀ ਮੇਰੇ ਪਾਤਸ਼ਾਹ ਦੇ ਤਖਤ ਕੇਸਗੜ੍ਹ ਚਲੇ ਜਾਓ, ਤਖਤ ਦੇ ਉੱਤੇ ਸ਼ਸਤਰਾਂ ਦਾ ਪ੍ਰਕਾਸ਼ ਹੈ। ਤਖਤ ਪਟਨਾ ਸਾਹਿਬ ਚਲੇ ਜਾਓ, ਸ਼ਸਤਰਾਂ ਦਾ ਪ੍ਰਕਾਸ਼ ਹੈ। ਸ੍ਰੀ ਅਕਾਲ ਤਖਤ ਸਾਹਿਬ ਚਲੇ ਜਾਓ, ਸ਼ਸਤਰਾਂ ਦਾ ਪ੍ਰਕਾਸ਼ ਹੈ। ਹਜੂਰ ਸਾਹਿਬ ਚਲੇ ਜਾਓ, ਸ਼ਸਤਰਾਂ ਦਾ ਪ੍ਰਕਾਸ਼ ਹੈ। ਜਿਹੜੇ ਪਿਤਾ ਦਾ ਸ਼ਸਤਰਾਂ ਨਾਲ ਪ੍ਰੇਮ ਹੈ,
ਉਹੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ, ਨਮੋ ਸ਼ਸਤਰ ਪਾਣੇ, ਨਮੋ ਅਸਤਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ। ਆਖੇ ਜੀ ਜਾਪ ਸਾਹਿਬ ਨੂੰ ਮੰਨਿਆ ਸੀ, ਪਰ ਇਹ ਜਿਹੜੀ ਭੋਗ ਵਿਲਾਸ ਵਾਲੀ ਬਾਣੀ ਹੈ ਨਾ, ਕਿਹੜੀ ਚੰਨੇ ਤੇਰਿਆ ਚਰਿੱਤਰ ਨਹੀਂ ਮੰਨਦੇ। ਮੈਂ ਕਿਹਾ ਜਾਪ ਸਾਹਿਬ 'ਚ ਵੀ ਲਿਖਿਆ ਭੋਗ ਵਿਲਾਸ ਬਾਰੇ। ਕਹਿੰਦੇ ਕਿੱਥੇ? ਮੈਂ ਕਿਹਾ ਨਮੋ ਭੋਗ ਭੋਗੇ। ਉਹ ਪਰਮੇਸ਼ਰ ਭੋਗੀਆਂ ਦੇ ਭੋਗੀ ਵੀ ਹੈ, ਕਹੋ ਕਿ ਨਹੀਂ ਹੈ? ਨਮੋ ਭੋਗ ਭੋਗੇ, ਭੋਗੀਆਂ ਵਿੱਚ ਭੋਗੀ, ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ। ਰੱਬ ਕਿਹਦੇ 'ਚ ਨਹੀਂ ਵਸਦਾ? ਰੱਬ ਜੋਗੀ 'ਚ ਵੀ ਵਸਦਾ ਹੈ, ਰੱਬ ਭੋਗੀ 'ਚ ਵੀ ਵਸਦਾ ਹੈ। ਫਿਰ ਕਹਿੰਦੇ ਜੀ ਅਸੀਂ ਕੁਦਰਤ ਨੂੰ ਮੰਨਦੇ ਆ। ਮੈਂ ਕਿਹਾ ਫਿਰ ਕੁਦਰਤ ਨੂੰ ਮੰਨ ਲਓ। ਕੁਦਰਤ ਨੇਕੀਆਂ, ਕੁਦਰਤ ਬਦੀਆਂ, ਜਿੰਨੀ ਨੇਕੀ ਹੋ ਰਹੀ ਹੈ ਦੁਨੀਆ 'ਚ ਉਹ ਵੀ ਕੁਦਰਤ ਹੈ, ਔਰ ਜਿੰਨੀ ਬਦੀ ਹੋ ਰਹੀ ਹੈ ਉਹ ਵੀ ਕੁਦਰਤ ਹੈ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਦੀ ਵੱਲੋਂ ਹਟਾ ਕੇ ਨੇਕੀ ਦੇ ਰਾਹ ਪਾਉਣਾ ਚਾਹੁੰਦੇ ਨੇ। ਤੁਸੀਂ ਬਦੀ ਵੱਲ ਜਾਣਾ ਚਾਹੁੰਦੇ ਹੋ? ਇਹ ਦੱਸੋ, ਜਿਹੜੇ 70 ਚੈਨਲ ਟੀਵੀ ਤੇ ਚੱਲ ਰਹੇ ਨੇ, ਉੱਥੇ ਗੰਦਾ ਨਾਚ ਹੋ ਰਿਹਾ, ਅਸ਼ਲੀਲਤਾ, ਪਿਓ ਵੀ ਕੁਰਸੀ ਤੇ ਬਹਿ ਕੇ ਵੇਖੀ ਜਾਂਦਾ, ਧੀ ਵੀ ਵੇਖੀ ਜਾਂਦੀ, ਭੈਣ ਭਰਾ ਵੀ ਵੇਖੀ ਜਾਂਦੇ, ਮਾਂ ਪੁੱਤਰ ਵੇਖੀ ਜਾਂਦੇ। ਤੁਹਾਨੂੰ ਉਹ ਕਿਉਂ ਨਹੀਂ ਨਜ਼ਰ ਆਉਂਦਾ? ਇਹਨੂੰ ਬੰਦ ਕਰਾਓ ਟੀਵੀ ਚੈਨਲਾਂ ਨੂੰ। ਕਦੀ ਨਹੀਂ ਬੋਲਦੇ ਉਹਦੇ ਖਿਲਾਫ। ਗੁਰਬਾਣੀ ਦੇ ਖਿਲਾਫ ਕਿਉਂ ਬੋਲਦੇ ਨੇ? ਇਸ ਕਰਕੇ ਕਿ ਸਿੱਖਾਂ ਦਾ ਗੁਰੂ ਕੀ ਬਾਣੀ ਤੇ ਨਿਸ਼ਚਾ ਉੱਠ ਜਾਵੇ, ਅੰਮ੍ਰਿਤ ਛਕਣਾ ਛੱਡ ਦੇਣ, ਕਿਰਪਾਨਾਂ ਪਾਣੀਆਂ ਛੱਡ ਦੇਣ, ਦਾੜੀ ਕੇਸਾਂ ਨੂੰ ਤਿਆਗ ਦੇਣ, ਸਿੱਖੀ ਖਤਮ ਹੋ ਜਾਵੇ। ਪਰ ਇਹ ਸੁਪਨੇ ਲੈਣੇ ਛੱਡ ਦੇਣ। ਅਬਦਾਲੀ ਵੀ ਖਾਲਸੇ ਨੂੰ ਖਤਮ ਕਰਨ ਆਇਆ ਸੀ, ਆਪ ਖਤਮ ਹੋ ਗਿਆ। ਮੀਰ ਮੰਨੂ ਆਇਆ ਸੀ, ਨਹੀਂ ਰਿਹਾ। ਲਖਪਤ ਰਾਏ ਕਹਿੰਦਾ ਸੀ ਇੱਕ ਖੱਤਰੀ ਨੇ ਧਰਮ ਚਲਾਇਆ, ਮੈਂ ਖੱਤਰੀ ਇਸ ਧਰਮ ਨੂੰ ਖਤਮ ਕਰਾਂਗਾ। ਲੱਖੂ ਪਾਪੀ ਵੀ ਨਹੀਂ ਰਿਹਾ, ਇਹ ਵੀ ਕੋਈ ਨਹੀਂ ਰਹਿਣੇ। ਪਰ ਖਾਲਸਾ ਜੀ ਮੇਰੀ ਇੱਕ ਬੇਨਤੀ ਹੈ, ਗਿਲਾ ਆਪਣਿਆਂ ਨਾਲ ਹੈ। ਉਹ ਕਹਿੰਦਾ ਗਿਲਾ ਮੌਤ ਸੇ ਨਹੀਂ, ਹਮੇ ਆਪਣੋਂ ਨੇ ਮਾਰਾ। ਬਗਾਨੇ ਮਾਰਦੇ ਨੇ ਕੋਈ ਗੱਲ ਨਹੀਂ, ਜਦੋਂ ਆਪਣੇ ਮਾਰਨ ਲੱਗ ਜਾਣ। ਕੁਰਾਨ ਸ਼ਰੀਫ ਦੇ ਵਿੱਚ ਗੱਲ ਸੂਰਤ ਅਲ ਬਕਰਾ, ਕੁਰਾਨ ਦੀ ਪਹਿਲੀ ਸੂਰਤ ਹੈ। ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੀ ਤੇ ਜਪਜੀ ਸਾਹਿਬ ਪਹਿਲਾ, ਕੁਰਾਨ ਦੀ ਜਿਹੜੀ ਪਹਿਲੀ ਸੂਰਤ ਹੈ ਉਹਦੇ 'ਚ ਗੱਲ ਲਿਖੀ ਹੈ। ਉਹ ਕਹਿੰਦੇ ਆਹ ਜਿਹੜੀ ਕਿਤਾਬ ਹੈ ਇਹ ਖੁਦਾ ਦੀ ਕਿਤਾਬ ਹੈ, ਅੱਲਾ ਦੀ ਕਿਤਾਬ ਹੈ। ਐ ਇਨਸਾਨ ਤੂੰ ਇਹਨੂੰ ਸਮਝ, ਇਹਨੂੰ ਵਿਚਾਰ, ਇਹਦੇ ਅਨੁਸਾਰ ਅਮਲ ਕਰ, ਤੇਰਾ ਭਲਾ ਹੋਵੇਗਾ। ਇਹ ਖੁਦਾ ਦਾ ਗਿਆਨ ਹੈ, ਇਹ ਪ੍ਰਮਾਤਮਾ ਦਾ ਗਿਆਨ ਹੈ। ਕਹਿੰਦੇ ਪਰ ਜਿਨ੍ਹਾਂ ਬੰਦਿਆਂ ਦੀ ਅਕਲ ਤੇ ਖੁਦਾ ਨੇ ਮੋਹਰ ਲਾ ਦਿੱਤੀ ਹੈ, ਸੀਲ ਕਰ ਦਿੱਤੀ ਹੈ, ਜਿਨ੍ਹਾਂ ਦੇ ਕੰਨਾਂ ਤੇ ਅੱਖਾਂ ਤੇ ਪੱਟੀ ਬੰਨ ਦਿੱਤੀ ਹੈ, ਉਹ ਨਾਸਤਕ ਲੋਕ ਇਸ ਕਿਤਾਬ ਨੂੰ ਨਹੀਂ ਮੰਨਣਗੇ। ਦੂਜੇ ਕਿਸਮ ਦੇ ਬੰਦੇ ਨਾਸਤਕ ਲੋਕ ਇਸ ਕਿਤਾਬ ਨੂੰ ਨਹੀਂ ਮੰਨਣਗੇ, ਇਹਦਾ ਵਿਰੋਧ ਕਰਨਗੇ। ਉਹਨੇ ਆਖਿਆ ਸੁਣ ਲਓ ਐ ਮੋਮਨੋ, ਤੀਜੀ ਕਿਸਮ ਦੇ ਬੰਦੇ ਵੀ ਹੋਣਗੇ ਜਿਹੜੇ ਤੁਹਾਨੂੰ ਆਖਣਗੇ ਕਿ ਅਸੀਂ ਇਸ ਕਿਤਾਬ ਨੂੰ ਮੰਨਦੇ ਆ। ਸੂਰਤ ਅਲ ਬਕਰਾ ਦੀ ਤੀਜਾ ਪੈਰਾ ਹੈ। ਕਹਿੰਦੇ ਇਸ ਕਿਤਾਬ ਨੂੰ ਅਸੀਂ ਮੰਨਦੇ ਆ, ਪਰ ਉਧਰ ਜਾ ਕੇ ਸ਼ੈਤਾਨ ਨੂੰ ਕਹਿਣਗੇ ਅਸੀਂ ਉਸ ਕਿਤਾਬ ਨੂੰ ਕੋਈ ਨਹੀਂ ਮੰਨਦੇ, ਅਸੀਂ ਤੇ ਐਵੇਂ ਉਹਨਾਂ ਨਾਲ ਮਖੌਲ ਹੀ ਕਰਦੇ ਆ। ਅਸੀਂ ਸਾਧ ਸੰਗਤ ਜੀ ਆ ਤੀਜਿਆਂ ਵਿੱਚ ਖੜੇ ਆ। ਅਸੀਂ ਕਹਿ ਰਹੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਅਸੀਂ ਗੁਰੂ ਦਸਮ ਗ੍ਰੰਥ ਨੂੰ ਮੰਨਦੇ ਆ, ਪਰ ਜੇ ਸਾਨੂੰ ਕੋਈ ਪੁੱਛੇ ਤੁਸੀਂ ਪੜ੍ਹਿਆ, ਪਾਠ ਕੀਤਾ, ਬਾਣੀ ਜਪੀ ਹੈ, ਸਾਡੇ ਕੋਲ ਨੰਨਾ ਹੀ ਹੈ, ਹਾਂ ਤੇ ਕੋਈ ਨਹੀਂ। ਸਾਡੇ ਕੋਲ ਟਾਈਮ ਕੋਈ ਨਹੀਂ ਜੀ, ਸਾਡੇ ਕੋਲ ਸਾਨੂੰ ਪੜ੍ਹਨਾ ਆਉਂਦਾ ਨਹੀਂ ਜੀ, ਸਾਡੀਆਂ ਮਜਬੂਰੀਆਂ ਨੇ। ਸਾਧ ਸੰਗਤ ਜੀ ਅਸੀਂ ਗ੍ਰੰਥੀ ਸਿੰਘਾਂ ਦਾ ਇਹ ਜੁਮਾ ਸਮਝ ਲਿਆ ਵੀ ਉਹ ਪੜ੍ਹਨ, ਅਸੀਂ ਪੈਸੇ ਦੇ ਦਿਆਂਗੇ, ਪਾਠ ਦਾ ਫਲ ਸਾਨੂੰ ਮਿਲ ਜਾਏਗਾ। ਪਰ ਮਹਾਰਾਜ ਕਹਿੰਦੇ ਨਹੀਂ, ਪ੍ਰਭ ਬਾਣੀ ਸ਼ਬਦ ਸੋ ਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰ ਪੂਰਾ ਤੂੰ ਰਾਖਿਆ। ਜੇ 2 ਪੰਕਤੀਆਂ ਵੀ ਰੋਜ਼ ਪੜੋ ਤੇ ਸਾਰੀ ਜ਼ਿੰਦਗੀ 'ਚ ਬੜੀ ਬਾਣੀ ਪੜੀ ਜਾਂਦੀ ਹੈ। 2 ਪੰਕਤੀਆਂ ਕੰਠ ਕਰੋ, ਬੜੀ ਬਾਣੀ ਕੰਠ ਹੋ ਜਾਂਦੀ ਹੈ। ਬਾਬਾ ਰਾਮ ਸਿੰਘ ਜੀ ਨਾਮਧਾਰੀ ਦੀਆਂ ਚਿੱਠੀਆਂ ਪੜ੍ਹੀਆਂ ਨੇ,
ਉਹ ਇੱਕ ਚਿੱਠੀ 'ਚ ਲਿਖਦੇ ਨੇ, ਸਿੰਘੋ ਬਾਣੀ ਕੰਠ ਕਰਿਆ ਕਰੋ। ਇੱਕ ਕਹਿਣ ਲੱਗਾ, ਮਹਾਰਾਜ ਮੈਨੂੰ ਬਾਣੀ ਕੰਠ ਨਹੀਂ ਹੁੰਦੀ। ਮੀਆਂ ਸਿੰਘ ਉਹਦਾ ਨਾਂ ਸੀ। ਬਾਬਾ ਰਾਮ ਸਿੰਘ ਜੀ ਕਹਿੰਦੇ, ਮੀਆਂ ਸਿੰਘ ਤੈ ਜੋ ਆਖਦਾ ਹੈ ਬਾਣੀ ਕੰਠ ਨਹੀਂ ਹੁੰਦੀ, ਸੋ ਕਾਹੇ ਤੇ ਕੰਠ ਨਹੀਂ ਹੁੰਦੀ। ਜੇ 2 ਪੰਕਤੀਆਂ ਵੀ 2 ਅੱਖਰ ਵੀ ਰੋਜ਼ ਕੰਠ ਕਰੇ ਤਾਂ ਰੋਜ਼ ਬਹੁਤ ਬਾਣੀ ਕੰਠ ਹੋ ਜਾਂਦੀ ਹੈ। ਅਸੀਂ ਬਾਣੀ ਤੋਂ ਟੁੱਟੇ ਹੋਏ ਆ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵੀ ਲਾਏ। ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ। ਆਦ ਤੇ ਦਸਮ ਦੀ ਬਾਣੀ ਸਤਿਕਾਰਯੋਗ ਹੈ। ਉਹੀ ਸਤਿਕਾਰ ਕਰਨਾ ਜਿਹੜਾ ਆਦ ਗੁਰੂ ਗ੍ਰੰਥ ਸਾਹਿਬ ਦਾ ਕਰਦੇ ਆ, ਦਸਮ ਦਾ ਵੀ ਉਸੇ ਤਰ੍ਹਾਂ ਕਰਨਾ। ਜਿਹੜਾ ਕੋਈ ਆ ਕੇ ਭੁਲੇਖੇ ਪਾਵੇ ਵੀ ਇਹਦੇ 'ਚ ਇਹ ਲਿਖਿਆ ਉਹ ਲਿਖਿਆ, ਸਾਧ ਸੰਗਤ ਜੀ ਉਹਨੂੰ ਕਹੋ ਵੀ ਤੂੰ ਪੜ੍ਹਿਆ, ਤੁਹਾਨੂੰ ਜਵਾਬ ਮਿਲੇਗਾ ਕੋਈ ਨਹੀਂ। ਜਿਹਨੇ ਪੜ੍ਹਿਆ ਨਹੀਂ ਉਹਦੀ ਗੱਲ ਕੀ ਮੰਨਣੀ ਹੋਈ। ਪੁੱਛੋ ਸੰਪਰਦਾਇ ਗਿਆਨੀਆਂ ਕੋਲੋਂ, ਪੁੱਛੋ ਨਿਹੰਗ ਸਿੰਘਾਂ ਕੋਲੋਂ ਜਿਨ੍ਹਾਂ ਨੇ ਦਸਮ ਗ੍ਰੰਥ ਪੜ੍ਹਿਆ ਹੋਇਆ। ਜਿਹਨੇ ਪੜ੍ਹਿਆ ਹੀ ਨਹੀਂ ਉਹਨੂੰ ਆਪਾਂ ਹੁਣ ਕੀ ਆਖੀਏ। ਸੋ ਦਾਸ ਖਿਮਾ ਦਾ ਜਾਚਕ ਹੈ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।